ਇਸ ਦੁਨੀਆ ਵਿੱਚ ਅਜਿਹੇ ਬਹੁਤ ਸਾਰੇ ਰਾਜ ਹਨ ਜਿਨ੍ਹਾਂ ਬਾਰੇ ਮਨੁੱਖ ਸੋਚ ਤੱਕ ਨਹੀਂ ਸਕਦਾ। ਦੁਨੀਆ ਵਿੱਚ ਜਿੰਨੇ ਵੀ ਲੋਕ ਸਾਨੂੰ ਦਿਖਾਈ ਦੇ ਰਹੇ ਨੇ, ਓਨੇ ਹੀ ਲੋਕ ਅਦ੍ਰਿਸ਼ ਰੂਪ ਦੇ ਵਿੱਚ ਇਸ ਦੁਨੀਆ ਦੇ ਵਿੱਚ ਵਿਚਰ ਰਹੇ ਨੇ। ਅਸਲ ਦੇ ਵਿੱਚ ਮੌਤ ਤੋਂ ਬਾਅਦ ਜਦੋਂ ਆਤਮਾ ਨੇ ਦੂਸਰਾ ਜਨਮ ਜਾਂ ਜੋਨੀ ਦੇ ਵਿੱਚ ਪੈਣਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਕਰਮਾਂ ਦੇ ਮੁਤਾਬਕ ਹੀ ਅਗਲਾ ਜਨਮ ਮਿਲਦਾ ਹੈ। ਜਦੋਂ ਤੱਕ ਅਗਲਾ ਜਨਮ ਨਹੀਂ ਮਿਲਦਾ, ਆਤਮਾ ਇਸ ਲੋਕ ਦੇ ਵਿੱਚ ਵਿਚਰਦੀ ਰਹਿੰਦੀ ਹੈ। ਚੰਗੀਆਂ ਰੂਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ ਤੇ ਮਾੜੀਆਂ ਰੂਹਾਂ ਭੂਤਾਂ ਪ੍ਰੇਤਾਂ ਦੇ ਵਿੱਚ ਗਿਣੀਆਂ ਜਾਂਦੀਆਂ ਨੇ। ਅਜਿਹਾ ਹੀ ਕੁਝ ਜਲੰਧਰ ਦੇ ਇੱਕ ਹਸਪੀਟਲ ਦੇ ਵਿੱਚ ਹੋਇਆ, ਜਿੱਥੇ ਅਜਿਹੀਆਂ ਰੂਹਾਂ ਨੇ ਕੁਝ ਅਜਿਹਾ ਕਰ ਦਿੱਤਾ ਕਿ ਪੂਰੇ ਹਸਪੀਟਲ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਤੇ ਲੋਕਾਂ ਨੂੰ ਭੱਜਣ ਦਾ ਰਾਹ ਤੱਕ ਨਹੀਂ ਲੱਭਿਆ। ਲੋਕਾਂ ਨੂੰ ਸਮਝਾ ਰਹੇ ਡਾਕਟਰ ਵੀ ਨੰਗੀ ਪੈਰੀ ਉਸ ਹਸਪੀਟਲ ਦੇ ਵਿੱਚੋਂ ਭੱਜੇ। ਇਹ ਘਟਨਾ ਜਲੰਧਰ ਦੇ ਇੱਕ ਹਸਪੀਟਲ ਦੀ ਹੈ। ਬਿਕਰਮਜੀਤ ਸਿੰਘ, ਜੋ ਕਿ ਨਕੋਦਰ ਦੇ ਰਹਿਣ ਵਾਲੇ ਹਨ, ਉਹਨਾਂ ਨੇ ਇਹ ਘਟਨਾ ਦੁਨੀਆ ਦੇ ਸਾਹਮਣੇ ਰੱਖੀ। ਵਿਕਰਮਜੀਤ ਸਿੰਘ ਦੱਸਦੇ ਨੇ ਕਿ ਮੇਰੇ ਦਾਦਾ ਜੀ ਕੈਨੇਡਾ ਦੇ ਵਸਨੀਕ ਸਨ। ਗਰਮੀਆਂ ਦੇ ਦਿਨਾਂ ਦੇ ਵਿੱਚ ਉਹ ਭਾਰਤ ਆਏ ਸੀ। ਇੱਥੇ ਆਉਣ ਤੋਂ ਕੁਝ ਸਮਾਂ ਬਾਅਦ ਉਹਨਾਂ ਨੂੰ ਅਟੈਕ ਆਇਆ ਤੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਜ਼ਿਆਦਾ ਖਰਾਬ ਸੀ, ਜਿਸ ਕਾਰਨ ICU ਦੇ ਵਿੱਚ ਦਾਖਲ ਕੀਤਾ ਗਿਆ ਸੀ। ਡਾਕਟਰਾਂ ਵੱਲੋਂ ਬਿਲਕੁਲ ਜਵਾਬ ਹੋ ਚੁੱਕਿਆ ਸੀ ਤੇ ਫਿਰ ਵੀ ਆਪਾਂ ਕਿਸੇ ਉਮੀਦ ਦੇ ਨਾਲ ਉਹਨਾਂ ਦਾ ਇਲਾਜ ਕਰਵਾ ਰਹੇ ਸੀ। ਅਸਲ ਦੇ ਵਿੱਚ ਆਪਾਂ ਉਸ ਹਸਪੀਟਲ ਦਾ ਨਾਮ ਨਹੀਂ ਲੈ ਸਕਦੇ, ਪਰ ਉਸ ਹਸਪੀਟਲ ਦੀ ਬਿਲਡਿੰਗ ਕਾਫੀ ਵੱਡੀ ਹੈ ਤੇ ਉਸ ਦੇ ਕੁਝ ਹਿੱਸੇ ਦੇ ਵਿੱਚ ਹੀ ਕੰਮ ਹੁੰਦਾ ਹੈ ਤੇ ਬਾਕੀ ਹਸਪੀਟਲ ਦੀ ਬਿਲਡਿੰਗ ਬਿਲਕੁਲ ਬੰਦ ਪਈ ਹੈ ਤੇ ਬਿਲਕੁਲ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਹੈ। ਕੁਝ ਦਿਨ ਆਪਾਂ ਉੱਥੇ ਰਹੇ। ਮੇਰੇ ਨਾਲ ਮੇਰੀ ਮਾਸੀ ਦਾ ਲੜਕਾ ਰਾਤ ਦੇ ਸਮੇਂ ਰੁਕਿਆ ਕਰਦਾ ਸੀ। ਜਦੋਂ ਉੱਥੇ ਰਹਿੰਦਿਆਂ ਨੂੰ 4-5 ਦਿਨ ਲੰਘ ਗਏ ਤਾਂ ਇੱਕ ਰਾਤ ਜਦੋਂ ਆਪਾਂ ਜ਼ਮੀਨ ਦੇ ਉੱਤੇ ਸੋ ਰਹੇ ਸੀ ਤਾਂ ਇੱਕ ਬੰਦੇ ਨੇ ਸਾਨੂੰ ਉਠਾਇਆ ਤੇ ਸਾਨੂੰ ਕਹਿਣ ਲੱਗਾ ਕਿ ਮੇਰੀ ਘਰਵਾਲੀ ਬਿਮਾਰ ਹੈ, ਉਸ ਨੂੰ ਗੱਡੀ 'ਚੋਂ ਉਤਾਰਨ ਦੇ ਵਿੱਚ ਸਾਡੀ ਮਦਦ ਕਰ ਦਿਓ। ਆਪਾਂ ਬਿਨਾਂ ਕੁਝ ਸੋਚੇ ਸਮਝੇ ਉਸ ਦੇ ਨਾਲ ਜਾਣ ਦੇ ਲਈ ਤਿਆਰ ਹੋ ਗਏ। ਹਸਪੀਟਲ ਦੇ ਵਿੱਚ ਬਾਕੀ ਲੋਕ ਸੋ ਰਹੇ ਸੀ। ਆਪਾਂ ਉਸ ਬੰਦੇ ਦੇ ਪਿੱਛੇ ਚੱਲਣ ਲੱਗੇ, ਪਰ ਉਹ ਬੰਦਾ ਬਾਹਰ ਜਾਣ ਦੀ ਬਜਾਏ ਸਾਨੂੰ ਹਸਪੀਟਲ ਦੇ ਦੂਸਰੇ ਏਰੀਏ ਦੇ ਵਿੱਚ ਲੈ ਗਿਆ, ਜਿਸ ਤਰਫ ਕੋਈ ਵੀ ਕੰਮ ਨਹੀਂ ਹੁੰਦਾ ਸੀ। ਮੈਂ ਉਸ ਬੰਦੇ ਨੂੰ ਕਿਹਾ ਕਿ ਇਸ ਤਰਫ ਤਾਂ ਕੁਝ ਵੀ ਨਹੀਂ ਹੈ, ਆਖਿਰ ਤੁਹਾਡੀ ਪਤਨੀ ਹੈ ਕਿੱਥੇ? ਉਹ ਬੰਦਾ ਕੁਝ ਨਹੀਂ ਬੋਲਿਆ। ਸਾਨੂੰ ਕੁਝ ਅਜੀਬ ਤਾਂ ਲੱਗਿਆ, ਪਰ ਆਪਾਂ ਚੱਲਦੇ ਰਹੇ। ਕੁਝ ਕੁ ਅੱਗੇ ਗਏ ਤਾਂ ਉੱਥੇ ਵਾਸ਼ਰੂਮ ਸਨ ਤੇ ਉਹ ਬੰਦਾ ਵਾਸ਼ਰੂਮ ਦੇ ਅੰਦਰ ਚਲਿਆ ਗਿਆ। ਸਾਨੂੰ ਕੁਝ ਸਮਝ ਨਾ ਆਇਆ ਤੇ ਆਪਾਂ ਬਾਹਰ ਹੀ ਖੜੇ ਉਡੀਕਦੇ ਰਹੇ। ਕੁਝ ਸਮੇਂ ਬਾਅਦ ਵਾਸ਼ਰੂਮ ਦੇ ਅੰਦਰੋਂ ਅਜੀਬ ਜਿਹੀ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ, ਜੋ ਕਿ ਇੱਕ ਔਰਤ ਦੀਆਂ ਸੀ। ਸਾਨੂੰ ਲੱਗਿਆ ਕਿ ਉਸ ਬੰਦੇ ਦੀ ਪਤਨੀ ਅੰਦਰ ਵਾਸ਼ਰੂਮ ਦੇ ਵਿੱਚ ਦਰਦ ਦੇ ਨਾਲ ਰੋ ਰਹੀ ਹੈ। ਆਪਾਂ ਬਿਨਾਂ ਕੁਝ ਸੋਚੇ ਸਮਝੇ ਵਾਸ਼ਰੂਮ ਦੇ ਅੰਦਰ ਗਏ, ਪਰ ਆਪਾਂ ਦੇਖਿਆ ਕਿ ਵਾਸ਼ਰੂਮ ਦੇ ਅੰਦਰ ਕੋਈ ਵੀ ਨਹੀਂ ਸੀ ਤੇ ਉਹ ਰੋਣ ਦੀਆਂ ਆਵਾਜ਼ਾਂ ਲਗਾਤਾਰ ਹੀ ਆ ਰਹੀਆਂ ਸੀ। ਆਪਾਂ ਪੂਰੀ ਤਰ੍ਹਾਂ ਡਰ ਗਏ ਤੇ ਸੋਚਣ ਲੱਗੇ ਕਿ ਇੰਜ ਕਿਵੇਂ ਹੋ ਸਕਦਾ ਹੈ। ਵਾਸ਼ਰੂਮ ਦੇ ਵਿੱਚੋਂ ਆਪਾਂ ਬਾਹਰ ਨੂੰ ਭੱਜੇ ਤਾਂ ਹੁਣ ਉਹ ਰੋਣ ਦੀਆਂ ਆਵਾਜ਼ਾਂ ਹੱਸਣ ਦੇ ਵਿੱਚ ਬਦਲ ਚੁੱਕੀਆਂ ਸੀ। ਆਪਾਂ ਪਿੱਛੇ ਨਹੀਂ ਦੇਖਿਆ, ਬਸ ਲਗਾਤਾਰ ਭੱਜਦੇ ਰਹੇ। ਫਿਰ ਅਚਾਨਕ ਪਿੱਛੋਂ ਆਵਾਜ਼ ਆਈ ਕਿ ਰਾਜਵੀਰ ਨੂੰ 10,000 ਰੁਪਏ ਦੇ ਦਿਓ, ਉਸ ਦੇ ਸਕੂਲ ਦੇ ਵਿੱਚੋਂ ਬਹੁਤ ਵਾਰ ਫੋਨ ਆ ਚੁੱਕਿਆ ਹੈ। ਆਪਾਂ ਧਿਆਨ ਨਹੀਂ ਦਿੱਤਾ ਤੇ ਉੱਥੋਂ ਭੱਜਦੇ ਰਹੇ ਤੇ ਆਪਣੇ ਬਿਸਤਰ ਦੇ ਕੋਲ ਪਹੁੰਚੇ। ਪਸੀਨੋ ਪਸੀਨੀ ਹੱਫਦੇ ਹੋਏ ਆਪਾਂ ਇੱਕ ਜਗ੍ਹਾ ਉੱਤੇ ਬੈਠ ਗਏ। ਉਸ ਦਿਨ ਸਾਰੀ ਰਾਤ ਆਪਾਂ ਜਾਗ ਕੇ ਕੱਢੀ। ਇਹ ਸਭ ਕੁਝ ਸਾਡੀ ਨੀਂਦ ਕਰਕੇ ਸੀ ਜਾਂ ਸੱਚ ਦੇ ਵਿੱਚ ਹੋਇਆ, ਆਪਾਂ ਸਮਝ ਨਹੀਂ ਸਕੇ ਸੀ। ਅਗਲੇ ਦਿਨ ਸਵੇਰੇ ਆਪਾਂ ਘਰ ਜਾਣਾ ਸੀ ਤੇ ਜਦੋਂ ਆਪਾਂ ਘਰ ਵੱਲ ਜਾ ਰਹੇ ਸੀ ਤਾਂ ਹਸਪੀਟਲ ਦੇ ਗੇਟ ਦੇ ਵਿੱਚ ਉਹੀ ਆਦਮੀ ਮਿਲਿਆ ਜੋ ਪਿਛਲੀ ਰਾਤ ਸਾਨੂੰ ਵਾਸ਼ਰੂਮ ਤੱਕ ਲੈ ਗਿਆ ਸੀ। ਮੈਂ ਇੱਕਦਮ ਉਸ ਨੂੰ ਪੁੱਛਿਆ ਕਿ ਰਾਤੀ ਤੁਸੀਂ ਸਾਨੂੰ ਵਾਸ਼ਰੂਮ ਵੱਲ ਲੈ ਗਏ ਤੇ ਮੁੜ ਕੇ ਕਿੱਥੇ ਗਾਇਬ ਹੋ ਗਏ? ਉਸ ਬੰਦੇ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਅੱਜ ਪਹਿਲੀ ਵਾਰ ਦੇਖਿਆ ਹੈ ਤੇ ਰਾਤ ਸਮੇਂ ਤਾਂ ਮੈਂ ਇਸ ਹਸਪੀਟਲ ਦੇ ਵਿੱਚ ਸੀ ਹੀ ਨਹੀਂ, ਤੁਹਾਨੂੰ ਕੋਈ ਵਹਿਮ ਹੋਇਆ ਹੋਵੇਗਾ। ਮੈਂ ਉਸ ਨੂੰ ਕਿਹਾ ਕਿ ਤੁਹਾਡੀ ਪਤਨੀ ਕਿੱਥੇ ਹੈ? ਤਾਂ ਉਸ ਨੇ ਕਿਹਾ ਕਿ ਮੇਰੇ ਘਰਵਾਲੀ ਦੀ ਮੌਤ ਕੱਲ ਰਾਤ ਇਸ ਹਸਪੀਟਲ ਦੇ ਵਿੱਚ ਹੋ ਗਈ ਹੈ ਤੇ ਮੈਂ ਅੱਜ ਉਸ ਦੀ ਲਾਸ਼ ਲੈਣ ਵਾਸਤੇ ਆਇਆ ਹਾਂ। ਇਹ ਸਭ ਕੁਝ ਸੁਣ ਕੇ ਇੰਜ ਲੱਗ ਰਿਹਾ ਸੀ ਕਿ ਕੱਲ ਰਾਤ ਵਾਲੀ ਗੱਲ ਕੋਈ ਵਹਿਮ ਨਹੀਂ ਸੀ, ਸਗੋਂ ਇੱਕ ਸੱਚਾਈ ਸੀ। ਤਾਂ ਫਿਰ ਉਸ ਬੰਦੇ ਨੂੰ ਮੈਂ ਕਿਹਾ ਕਿ ਤੁਹਾਡੇ ਘਰ ਵਿੱਚ ਕੋਈ ਰਾਜਵੀਰ ਹੈ? ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਦਾ ਨਾਮ ਰਾਜਵੀਰ ਹੈ ਤੇ ਕੱਲ ਰਾਤ ਤੋਂ ਹੀ ਉਹ ਆਪਣੀ ਮਾਂ ਦੀ ਲਾਸ਼ ਦੇ ਕੋਲ ਬੈਠੀ ਰੋ ਰਹੀ ਹੈ। ਇਹ ਸਭ ਕੁਝ ਸੁਣ ਕੇ ਮੈਂ ਕੁਝ ਸਮਝ ਗਿਆ ਸੀ ਕਿ ਉਸ ਰਾਤ ਉਸ ਔਰਤ ਦੀ ਆਬਗਤ ਰੂਹ ਨੇ ਸਾਨੂੰ ਕਿਉਂ ਘੁਮਾਇਆ ਸੀ। ਕੁਝ ਦਿਨਾਂ ਬਾਅਦ ਉਸ ਔਰਤ ਦਾ ਭੋਗ ਸੀ। ਮੈਂ ਤੇ ਮੇਰੀ ਮਾਸੀ ਦਾ ਲੜਕਾ ਉਹਨਾਂ ਦੇ ਘਰ ਗਏ, ਕਿਉਂਕਿ ਉਸ ਆਬਗਤ ਰੂਹ ਨੇ ਇਹ ਕਿਹਾ ਸੀ ਕਿ ਰਾਜਵੀਰ ਨੂੰ 10,000 ਰੁਪਏ ਦੇ ਦਿਓ। ਭੋਗ ਤੋਂ ਬਾਅਦ ਆਪਾਂ ਉਸ ਦੇ ਪਤੀ ਤੇ ਉਸ ਦੀ ਲੜਕੀ ਨੂੰ ਮਿਲੇ ਤੇ ਆਪਾਂ ਉਸ ਨੂੰ ਆਪਣੇ ਦਸਵੰਧ ਦੇ ਵਿੱਚੋਂ 50,000 ਰੁਪਏ ਦਿੱਤੇ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕਾਫੀ ਗਰੀਬੀ ਸੀ। ਪੈਸੇ ਦੇਣ ਤੋਂ ਬਾਅਦ ਆਪਾਂ ਉਹਨਾਂ ਦੇ ਘਰੋਂ ਵਾਪਿਸ ਆ ਗਏ ਤੇ ਉਸ ਦਿਨ ਤੋਂ ਬਾਅਦ ਹਸਪੀਟਲ ਦੇ ਵਿੱਚ ਆਪਾਂ 15 ਦਿਨ ਰਹੇ, ਪਰ ਸਾਨੂੰ ਕੋਈ ਵੀ ਆਵਾਜ਼ ਸੁਣਾਈ ਨਹੀਂ ਦਿੱਤੀ। 15 ਦਿਨਾਂ ਬਾਅਦ ਮੇਰੇ ਦਾਦਾ ਜੀ ਦੀ ਵੀ ਮੌਤ ਹੋ ਗਈ। ਹੁਣ ਹਰ ਮਹੀਨੇ ਆਪਣੇ ਦਸਵੰਧ ਦੇ ਵਿੱਚੋਂ ਆਪਾਂ 10,000 ਰੁਪਏ ਉਸ ਲੜਕੀ ਰਾਜਵੀਰ ਨੂੰ ਦਿੰਦੇ ਹਾਂ ਤੇ ਸ਼ਾਇਦ ਦਿੰਦੇ ਹੀ ਰਹਾਂਗੇ ਜਿੰਨਾ ਚਿਰ ਵੀ ਸਾਡੀ ਜ਼ਿੰਦਗੀ ਰਹੀ, ਕਿਉਂਕਿ ਇਸ ਦੁਨੀਆ ਦੇ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਸਾਡੀ ਸਮਝ ਤੋਂ ਪਰੇ ਹੈ।